ਥਾਈਰੋਇਡ ਇੱਕ ਬਿਮਾਰੀ ਨਹੀਂ ਹੈ, ਸਾਡੇ ਗਲੇ ਵਿੱਚ ਇੱਕ ਗਲੈਂਡ ਹੈ, ਉਹਨੂੰ ਥਾਈਰੋਇਡ ਕਿਹਾ ਜਾਂਦਾ ਹੈ। ਜਿਵੇਂ ਹੁਣ ਡਾਇਬੀਟੀਜ਼ ਦੇ ਜੀ, ਪੇਸ਼ੈਂਟਸ ਨੂੰ ਪਤਾ ਹੈ ਕਿ ਗਲੈਂਡ ਹੈ ਪੈਨਕ੍ਰੀਆਸ, ਜਿਹਦਾ ਕੰਮ ਹੈ ਇਨਸੂਲਿਨ ਨਾਮ ਦੇ ਹਾਰਮੋਨ ਨੂੰ ਬਣਾਉਣਾ। ਇਨਸੂਲਿਨ ਨਾਮ ਦਾ ਜੀ, ਹਾਰਮੋਨ ਪੈਨਕ੍ਰੀਆਸ ਤੋਂ ਬਣਦਾ ਹੈ ਤੇ ਇਹ ਸਾਡੀ ਬੋਡੀ ਵਿੱਚ ਸ਼ੂਗਰ ਨੂੰ ਯੂਟਿਲਾਈਜ਼ ਕਰਨ ਵਿੱਚ, ਟਰਾਂਸਪੋਰਟ ਕਰਨ ਵਿੱਚ ਹੈਲਪ ਕਰਦਾ ਹੈ। ਇਸੇ ਤਰ੍ਹਾਂ ਸਾਡੀ ਬੋਡੀ ਵਿੱਚ ਜੀ, ਇੱਕ ਹੋਰ ਵੀ ਗਲੈਂਡ ਹੈ ਜਿਸਦਾ ਨਾਮ ਹੈ ਥਾਈਰੋਇਡ ਗਲੈਂਡ। ਇਸ ਥਾਈਰੋਇਡ ਗਲੈਂਡ ਦਾ ਕੰਮ ਹੈਗਾ ਥਾਈਰੋਇਡ ਦੇ ਹਾਰਮੋਨਸ ਬਣਾਉਣਾ, ਜਿਵੇਂ T3, T4, TSH, ਆਪਾਂ ਸੁਣਿਆ ਹੈ ਇਹ ਚੀਜ਼ਾਂ। ਇਹਨਾਂ ਦਾ ਕੰਮ ਹੁੰਦਾ ਹੈ ਕਿ ਜੀ, ਸਾਡੀ ਬੋਡੀ ਵਿੱਚ ਗਰੋਥ ਨੂੰ, ਮੈਟਾਬੋਲਾਈਜੇਸ਼ਨ ਨੂੰ, ਟੈਂਪਰੇਚਰ ਨੂੰ ਅਤੇ ਕਾਫੀ ਸਾਰੀ ਚੀਜ਼ਾਂ ਨੂੰ ਰੈਗੂਲਰਾਈਜ਼ ਕਰਨਾ, ਮੇਨਟੇਨ ਕਰਨਾ, ਬੈਲੈਂਸ ਬਣਾ ਕੇ ਰੱਖਣਾ। ਸੋ ਅਗਰ ਹੁੰਦਾ ਕੀ ਹੈ, ਅਗਰ ਠੀਕ ਹੈ। ਥਾਈਰੋਇਡ ਦੇ ਜਿਹੜਾ ਹਾਰਮੋਨ ਹੈ ਉਹਦੇ ਵਿੱਚ ਇੰਬੈਲੈਂਸ ਹੋ ਜਾਏ, ਯਾਨੀ ਜਿੰਨੀ ਰੇਂਜ ਵਿੱਚ ਬਣਨਾ ਚਾਹੀਦਾ ਹੈ ਉਸ ਤੋਂ ਬਹੁਤ ਵਾਧੂ ਬਣਨ ਲੱਗ ਪਵੇ ਜਾਂ ਘੱਟ ਬਣਨ ਲੱਗ ਪਵੇ, ਹੂੰ, ਤੇ ਉਹਦੇ ਕਰਕੇ ਸਰੀਰ ਵਿੱਚ ਕੁਝ ਲੱਛਣ ਆਣੇ ਸ਼ੁਰੂ ਹੋ ਜਾਂਦੇ ਨੇ। ਜਿਹੜਾ ਪੇਸ਼ੈਂਟ ਹੈ ਉਹ ਅਚਾਨਕ ਤੋਂ ਉਹਦਾ weight ਜਿਹੜਾ ਹੈ, ਵਜ਼ਨ ਅਚਾਨਕ ਤੋਂ ਵੱਧਦਾ ਜਾਂਦਾ ਹੈ, ਜਾਂ ਫਿਰ ਅਚਾਨਕ ਤੋਂ ਘਟਦਾ ਜਾਂਦਾ ਹੈ, ਜਾਂ ਅਚਾਨਕ ਤੋਂ ਬਹੁਤ ਜੀ, ਥਕਾਨ ਲੱਗਣੀ ਸ਼ੁਰੂ ਹੋ ਜਾਂਦੀ ਹੈ, ਥੱਕਿਆ ਥੱਕਿਆ ਲੱਗਣਾ ਸ਼ੁਰੂ ਹੋ ਜਾਂਦਾ ਹੈ, ਬਾਲ ਝੜਨੇ ਸ਼ੁਰੂ ਹੋ ਹੂੰ, ਜਾਂਦੇ ਨੇ, ਹੇਅਰ ਫਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ, ਕਈ ਵਾਰੀ ਸਕਿਨ ਦੇ ਉੱਤੇ ਠੀਕ ਹੈ। ਪਿੰਪਲਸ ਆ ਜਾਂਦੇ ਨੇ, ਬਹੁਤ ਜ਼ਿਆਦਾ ਐਕਨੀ ਹੋ ਜਾਂਦਾ ਹੈ, ਔਰ ਕਈ ਵਾਰੀ ਫਿਰ ਹੂੰ, ਮੈਂਸਟਰੁਅਲ ਪ੍ਰੋਬਲਮਸ ਵੀ ਆ ਸਕਦੀਆਂ ਨੇ, ਪੀਸੀਓਡੀ ਦੀ ਪ੍ਰੋਬਲਮ ਵੀ ਆ ਸਕਦੀਆਂ ਨੇ, ਅਗਰ ਬੋਡੀ ਵਿੱਚ ਜੀ। ਹਾਰਮੋਨਲ ਇੰਬੈਲੈਂਸ ਹੋਣਾ ਸ਼ੁਰੂ ਹੋ ਜਾਏ। ਸੋ ਇੱਥੇ ਥਾਈਰੋਇਡ ਦਾ ਜਿਹੜਾ ਹੈ ਫੰਕਸ਼ਨ ਹੁੰਦਾ ਹੈ। ਜੀ, ਜੀ, ਯਾਨੀ ਕਿ ਥਾਇਰਾਇਡ ਹੈ ਜਿਹੜਾ ਉਹਦੇ ਵਿੱਚ ਡਾਕਟਰ ਸਾਹਿਬ ਦੇਖਣ ਨੂੰ ਆਉਂਦਾ, ਕਈ ਲੋਕ ਕਹਿੰਦੇ ਹੁੰਦੇ ਨੇ ਕਿ ਉਹਨਾਂ ਦਾ ਗਲਾ ਵੀ ਵੱਡਾ ਦਿਖਣ ਲੱਗ ਜਾਂਦਾ, ਜਿਵੇਂ ਤੁਸੀਂ ਕਿਹਾ ਕਿ ਬਹੁਤ ਕੋਈ ਪਤਲੇ ਹੋ ਜਾਂਦੇ ਨੇ, ਕੋਈ ਮੋਟੇ ਹੋ ਜਾਂਦੇ ਨੇ। ਸੋ ਡਿਫਰੈਂਟ ਜਿਹੜੀਆਂ ਇਹਦੀਆਂ ਵੱਖ-ਵੱਖ ਕਿਸਮਾਂ ਵੀ ਹੁੰਦੀਆਂ ਨੇ ਥਾਇਰਾਇਡ ਦੀਆਂ, ਜਿਹੜੀਆਂ ਸਮੱਸਿਆਵਾਂ ਨੇ ਉਹ ਆਮ ਤੌਰ ਤੇ ਦੋ ਤਰ੍ਹਾਂ ਦਾ ਆਪਾਂ ਸੁਣਦੇ ਹਾਂ ਕਿ ਦੋ ਤਰ੍ਹਾਂ ਦਾ ਹੁੰਦਾ ਹੈ। ਹਾਂਜੀ, ਸੋ ਥਾਈਰੋਇਡ ਦੀ ਕਿਸਮਾਂ ਹੁੰਦੀਆਂ ਨੇ, ਜਿਹੜਾ ਮੇਨਲੀ ਦੋ ਕਿਸਮਾਂ ਡਿਸਕਸ ਕੀਤੀ ਜਾਂਦੀਆਂ, ਦੈਟ ਇਜ਼ ਹਾਈਪੋਥਾਈਰੋਇਡ ਤੇ ਇੱਕ ਹੂੰ, ਹਾਈਪਰਥਾਈਰੋਇਡ। ਹਾਈਪਰ ਦਾ ਮਤਲਬ ਹੂੰ, ਹੁੰਦਾ ਹੈ, ਹਾਈਪਰ ਮਤਲਬ ਵਾਧੂ ਹੋ ਜਾਣਾ ਕੋਈ ਚੀਜ਼। ਤੋ ਥਾਈਰੋਇਡ ਅਗਰ ਬਹੁਤ ਜੀ, ਵਾਧੂ ਬਣਨਾ ਸ਼ੁਰੂ ਹੋ ਜਾਏ ਤੇ ਉਹਨੂੰ ਕਹਿੰਦੇ ਆ ਹਾਈਪਰਥਾਈਰੋਇਡ। ਉਹਦੇ ਵਿੱਚ ਕੀ ਹੁੰਦਾ ਹੈ, T3 ਔਰ T4 ਜਿਹੜੀਆਂ ਹੁੰਦੀਆਂ ਨੇ ਉਹ ਵਧੇ ਹੋਏ ਹੁੰਦੇ ਨੇ, ਤੇ TSH ਯਾਨੀ ਥਾਈਰੋਇਡ ਸਟਿਮੂਲੇਟਿੰਗ ਹਾਰਮੋਨ ਜਿਹੜਾ ਹੈ ਉਹ ਘਟਿਆ ਹੁੰਦਾ ਹੈ। ਔਰ ਇਸੇ ਤਰ੍ਹਾਂ ਹਾਈਪੋਥਾਈਰੋਇਡ ਜੀ, ਦੀ ਗੱਲ ਕਰੀਏ ਤੇ ਹਾਈਪੋਥਾਈਰੋਇਡ ਵਿੱਚ T3 ਔਰ T4 ਘਟੇ ਹੁੰਦੇ ਨੇ ਤੇ TSH ਹੂੰ, ਬਹੁਤ ਜ਼ਿਆਦਾ ਵਧੀਆ ਹੁੰਦਾ ਹੈ, ਯਾਨੀ 10 ਤੋਂ ਉੱਤੇ ਹੋ ਜਾਂਦਾ ਹੈ, ਤੇ ਉਹਨੂੰ ਫਿਰ ਹਾਈਪੋਥਾਈਰੋਇਡ ਕਹਿ ਦਿੱਤਾ ਜਾਂਦਾ ਹੈ। ਸੋ ਦੋਨਾਂ ਦੇ ਵੱਖਰੇ ਵੱਖਰੇ ਜੀ, ਲੱਛਣ ਹੁੰਦੇ ਨੇ। ਹਾਈਪਰਥਾਈਰੋਇਡ ਵਿੱਚ ਜ਼ਿਆਦਾਤਰ ਵਜ਼ਨ ਬਹੁਤ ਵਧਣਾ ਸ਼ੁਰੂ ਹੋ ਜਾਂਦਾ ਹੈ, ਔਰ ਹਾਈਪਰਥਾਈਰੋਇਡ ਵਿੱਚ ਵਜ਼ਨ ਹੂੰ, ਘਟਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਜ਼ਰੂਰੀ ਨਹੀਂ ਹੈ ਇਸੇ ਜੀ। ਤਰ੍ਹਾਂ ਹੋਏ, ਤੇ ਅਦਰ ਡਿਫਰੈਂਟ ਲੱਛਣ ਵੀ ਹੋ ਸਕਦੇ ਨੇ। ਜੀ, ਜੀ। ਯਾਨੀ ਕਿ ਮਤਲਬ ਸਾਨੂੰ ਜਿਵੇਂ ਤੁਸੀਂ ਦੱਸਿਆ ਡਾਕਟਰ ਸਾਹਿਬ, ਇਹਦੇ ਲੱਛਣ ਦੱਸੇ ਨੇ ਕਿ ਕਈ ਵਾਰੀ ਇਨਸਾਨ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ, ਕਈ ਵਾਰੀ ਘਟਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਹਦਾ ਕੋਈ ਇਹੋ ਜਿਹਾ ਲੱਛਣ ਹੈਗਾ ਜਿਸ ਤੋਂ ਇਨਸਾਨ ਨੂੰ ਪਤਾ ਲੱਗੇ ਕਿ ਉਹਨੂੰ ਥਾਇਰਾਇਡ ਇੰਬੈਲੈਂਸ ਹੋ ਰਿਹਾ, ਅਸੰਤੁਲਨ ਹੋ ਰਿਹਾ। ਕਈ ਵਾਰੀ ਆਪਾਂ ਸਮਝ ਵੀ ਨਹੀਂ ਪਾਉਂਦੇ ਕਿ ਸਾਨੂੰ ਥਾਇਰਾਇਡ ਦੀ ਬਿਮਾਰੀ ਹੈ। ਕਿਹੜੇ-ਕਿਹੜੇ ਇਹੋ ਜਿਹੇ ਮੁੱਖ ਲੱਛਣ ਨੇ ਜਦੋਂ ਸਾਨੂੰ ਚੈੱਕ ਕਰਾਉਣ ਦੇ ਲਈ ਜਾਣਾ ਚਾਹੀਦਾ ਇਨਸਾਨ ਨੂੰ? ਹਾਂਜੀ, ਅਗਰ ਇਹ 4-5 ਵਿੱਚੋਂ ਕੋਈ ਵੀ 3-4 ਲੱਛਣ ਹੋਣੇ ਸ਼ੁਰੂ ਹੋ ਜਾਣ ਤੇ ਸਾਨੂੰ ਥਾਈਰੋਇਡ ਲੈਵਲ ਚੈੱਕ ਕਰਾ ਲੈਣਾ ਚਾਹੀਦਾ ਹੈ। ਇੱਕ ਤਾਂ weight ਅਚਾਨਕ ਤੋਂ ਕਾਫੀ ਜ਼ਿਆਦਾ ਵੱਧ ਜਾਵੇ ਜਾਂ ਫਿਰ ਕਾਫੀ ਜ਼ਿਆਦਾ ਘਟ ਜਾਵੇ। ਦੂਜਾ ਲੱਛਣ ਹੈਗਾ ਕਿ ਹੂੰ, ਗਲੇ ਵਿੱਚ ਸਵੈਲਿੰਗ ਹੋਣੀ ਲੱਗ ਜਾਵੇ। ਤੀਜਾ ਲੱਛਣ ਹੈਗਾ ਕਿ ਪਿੰਪਲਸ ਫੇਸ ਤੇ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਜਾਣ। ਚੌਥਾ ਲੱਛਣ ਹੈ ਕਿ ਬਹੁਤ ਜ਼ਿਆਦਾ ਹੂੰ, ਹੇਅਰ ਫਾਲ ਹੋਣਾ ਸ਼ੁਰੂ ਹੋ ਜਾਵੇ। ਪੰਜਵਾਂ ਲੱਛਣ ਹੈ ਕਿ ਮੈਂਸਟਰੁਅਲ ਜੋ ਪ੍ਰੋਬਲਮਸ ਨੇ, ਯਾਨੀ ਕਿ ਜਿਹੜੇ ਪੀਰੀਅਡਸ ਨੇ ਇਰੈਗੂਲਰ ਹੋ ਜਾਣ, ਸਾਈਕਲਸ ਚੇਂਜ ਹੋ ਜਾਣ, ਤੇ ਉਹਦੇ ਵਾਸਤੇ ਵੀ ਫਿਰ ਚੈੱਕ ਕਰਾ ਲੈਣਾ ਚਾਹੀਦਾ ਹੈ। ਜੀ, ਜੀ। ਸਾਨੂੰ ਅੱਗੇ ਫਿਰ ਦੱਸ ਦਿੱਤਾ ਜਾਂਦਾ ਹੈ ਕਿ ਤੁਸੀਂ ਇਹਦੀਆਂ ਇਹ ਦਵਾਈਆਂ ਲੈਣੀਆਂ ਨੇ। ਉਸ ਤੋਂ ਬਾਅਦ ਫਿਰ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਜੇ ਆਪਾਂ ਇਹ ਤੇ ਆ ਜਾਈਏ? ਹਾਂ, ਸੋ ਦੇਖिए, अगर ਐਲੋਪੈਥੀ ਦੀ ਗੱਲ ਕਰੀਏ, ਅਗਰ ਤੁਸੀਂ ਡਾਕਟਰ ਕੋਲ ਜਾਓਗੇ, ਤੁਹਾਡਾ ਜਿਹੜਾ ਥਾਈਰੋਇਡ ਲੈਵਲ ਹੈ ਅਗਰ ਉਹ ਬਹੁਤ ਘਟਿਆ ਹੋਏਗਾ ਜਾਂ ਬਹੁਤ ਵਧਿਆ ਹੋਏਗਾ, ਤਾਂ ਤੁਹਾਨੂੰ ਥਾਈਰੋਇਡ ਦੀ ਗੋਲੀ ਦੇ ਦਿੱਤੀ ਜਾਏਗੀ। ਜੋ ਮੇਨਲੀ ਗੋਲੀਆਂ ਚੱਲਦੀਆਂ ਨੇ ਬਿਲਕੁਲ। ਉਹਨਾਂ ਦਾ ਨਾਮ ਹੈ, ਇੱਕ ਥਾਈਰੋਨੋਰਮ ਹੁੰਦਾ ਹੈ, ਇੱਕ ਥਾਈਰੋਕਸਿਨ ਹੁੰਦਾ ਹੈ। ਸੋ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਇਹ ਦੇ ਦਿੱਤੀ ਜਾਂਦੀਆਂ ਨੇ। ਪਰ ਯੂਜੂਅਲੀ ਹੁੰਦਾ ਕੀ ਹੈ, ਜੀ, ਜਦ ਪੇਸ਼ੈਂਟ ਡਾਕਟਰ ਕੋਲ ਜਾਂਦਾ ਹੈ ਔਰ ਪੁੱਛਦਾ ਹੈ ਕਿ ਇਹ ਡਾਕਟਰ ਸਾਹਿਬ ਮੈਂ ਦਵਾਈ ਕਦ ਤੱਕ ਖਾਣੀ ਹੈ, ਤਾਂ ਡਾਕਟਰ ਕਹਿੰਦਾ ਹੈ ਕਿ ਇਹ ਤਾਂ ਹੂੰ। ਬੇਟਾ ਖਾਣੀ ਹੀ ਹੈ, ਹੁਣ ਖਾਣੀ ਹੀ ਪਏਗੀ, ਮਤਲਬ ਇੱਕ ਤਰ੍ਹਾਂ ਨਾਲ, ਕਿਉਂਕਿ ਇਸ ਤੋਂ ਸਾਰੀ ਬਗੈਰ ਜ਼ਿੰਦਗੀ ਤੁਹਾਡਾ ਖਾਣੀ ਥਾਈਰੋਇਡ ਪਊ ਜਿਹੜਾ ਤਾਂ। ਹੈਗਾ, ਹੂੰ, हाँ, सारी ज़िंदगी खानी पਊਗੀ, ਕਿਉਂਕਿ ਇਹਦੇ ਬਗੈਰ ਉਹਦਾ ਜੀ, ਬੈਲੈਂਸ ਬਣੇਗਾ ਨਹੀਂ ਥਾਈਰੋਇਡ ਦਾ। ਸੋ ਜਿਹੜਾ ਬੰਦਾ ਹੁੰਦਾ ਹੈ ਉਹ ਐਕਸਪੈਕਟ ਕਰਦਾ ਹੈ ਕਿ ਚਲੋ ਮੈਂ ਕੁਛ ਟਾਈਮ 2 ਮਹੀਨੇ 3 ਮਹੀਨੇ ਗੋਲੀ ਖਾਵਾਂਗਾ, ਮੇਰਾ ਥਾਈਰੋਇਡ ਬੈਲੈਂਸ ਵਿੱਚ ਆ ਜਾਏਗਾ ਔਰ ਮੇਰੇ ਜਿਹੜੇ ਪ੍ਰੋਬਲਮਸ ਨੇ, ਪਿੰਪਲਸ ਨੇ, ਹੇਅਰ ਫਾਲ ਨੇ, ਇਹ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਰ ਯੂਜੂਅਲੀ ਹੁੰਦਾ ਕੀ ਹੈ, ਜੀ, ਪੇਸ਼ੈਂਟ ਦੇਖਦਾ ਹੈ ਕਿ ਜਿਵੇਂ ਉਹ ਦਵਾਈ ਲੈਣੀ ਸ਼ੁਰੂ ਕਰਦਾ, ਹੁਣ ਸਵੇਰੇ-ਸਵੇਰੇ ਖਾਲੀ ਪੇਟ ਲੈ ਰਿਹਾ ਹੈ, ਫਿਰ ਉਸ ਤੋਂ ਬਾਅਦ ਅੱਧੇ ਘੰਟੇ ਤੱਕ ਕੁਛ ਖਾਣਾ ਨਹੀਂ, ਤੇ ਹੋਰ ਸਾਰੀ ਚੀਜ਼ਾਂ ਕਰਦਾ ਰਹਿੰਦਾ ਹੈ, ਲੇਕਿਨ ਉਹਦੀ ਪ੍ਰੋਬਲਮ ਕਦੀ ਸੋਲਵ ਨਹੀਂ ਹੁੰਦੀ। ਮਤਲਬ ਕਿ ਜਿਹੜੇ ਲੱਛਣ ਸੀਗੇ, ਜਿਵੇਂ ਵਜ਼ਨ ਵਧਣਾ, ਘਟਣਾ ਜਾਂ ਹੇਅਰ ਫਾਲ, ਪਿੰਪਲਸ, ਉਹ ਜਿਹੜੇ ਲੱਛਣ ਨੇ ਨਾ ਉਹ ਅਜੇ ਵੀ ਚੱਲਦੇ ਰਹਿੰਦੇ ਨੇ। ਔਰ ਜਿਵੇਂ-ਜਿਵੇਂ ਜੀ, ਲਾਈਫ ਕੰਟੀਨਿਊ ਹੁੰਦੀ ਰਹਿੰਦੀ ਹੈ, ਤੇ ਜਦ ਤੱਕ ਆਪਾਂ ਜੜ ਦੀ, ਜਿਸ ਪ੍ਰੋਬਲਮ ਕਰਕੇ ਇਹ ਪ੍ਰੋਬਲਮ ਬਣੀ ਸੀਗੀ ਉਸ ਤੇ ਕੰਮ ਨਹੀਂ ਕਰਦੇ, ਤੇ ਇਹ ਸਾਰੇ ਲੱਛਣ ਵੱਧਦੇ ਜਾਂਦੇ ਨੇ, ਤੇ ਬੰਦਾ ਉਹ ਆਪਣੀ ਲਾਈਫ ਵਿੱਚ ਇੱਕ ਹਾਰਨਾ ਸ਼ੁਰੂ ਹੋ ਜਾਂਦਾ ਹੈ। ਮਤਲਬ ਉਹਦੀ ਜਿਹੜਾ ਮਾਈਂਡ ਹੈ ਨਾ ਉਹ ਥੋੜਾ
ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂ? ਕਿਉਂਕਿ ਅਗਰ ਅਚਾਨਕ ਤੋਂ ਵਜ਼ਨ ਬਹੁਤ ਜ਼ਿਆਦਾ ਵੱਧ ਜਾਵੇ ਤੇ ਆਫਿਸ ਵਿੱਚ ਜਾਣਾ ਹੈ, ਘਰ ਦੇ ਜੀ, ਰਿਲੇਟਿਵਸ ਕੋਲ ਜਾਣਾ ਹੈ ਤੇ ਉੱਥੇ ਫਿਰ ਉਹਨੂੰ ਸੁਣਨ ਨੂੰ ਮਿਲਦਾ ਹੈ ਕਿ ਬਈ ਤੇਰਾ ਤਾਂ ਅਚਾਨਕ ਤੋਂ ਵਜ਼ਨ ਵੱਧ ਗਿਆ ਤੇ ਬੰਦੇ ਨੂੰ ਅੰਦਰੋਂ ਫਿਰ ਬੁਰਾ ਮੋਟਾ ਫੀਲ ਬੰਦਾ। ਹੁੰਦਾ ਹੈਗਾ। ਤੋ ਹਾਂ, ਜੀ, ਪਰ ਉਹ ਸੋਚਦਾ ਹੈ ਕਿ ਮੈਂ ਦਵਾਈ ਵੀ ਲੈ ਰਿਹਾ ਫਿਰ ਮੈਨੂੰ ਫ਼ਰਕ ਕਿਉਂ ਨਹੀਂ ਪੈ ਰਿਹਾ? ਕਿਉਂਕਿ ਗੱਲ ਇਹ ਹੈ ਕਿ ਜਿਹੜੀ ਉਹ ਦਵਾਈ ਤੁਸੀਂ ਲੈ ਰਹੇ ਹੋ, ਉਹ ਦਵਾਈ ਤੁਹਾਡੀ ਪਰੇਸ਼ਾਨੀ ਦੇ ਜੜ ਕਾਰਨ ਦਾ ਇਲਾਜ ਨਹੀਂ ਕਰਦੀ। ਉਹ ਸਿਰਫ ਥਾਇਰਾਇਡ ਦਾ ਅੱਛਾ, ਜਿਹੜਾ ਵਧਣਾ ਜਾਂ ਘਟਣਾ ਹੈਗਾ, ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਉਹ ਨੈਚੁਰਲ ਪ੍ਰੋਸੈਸ ਨਹੀਂ ਹੁੰਦਾ। ਸੋ ਜੇ ਅਸੀਂ ਸਿਰਫ ਉਹਨੂੰ ਜੀ। ਸਪਲੀਮੈਂਟ ਕਰੀ ਜਾਈਏ ਤੇ ਉਹਦੇ ਨਾਲ ਸਾਡੀ ਜੜ ਪ੍ਰੋਬਲਮ ਦੀ ਜੋ ਹੈ ਨਾ ਉਹ ਸੋਲਵ ਨਹੀਂ ਹੁੰਦੀ। ਯਾਨੀ ਕਿ ਜਿਹੜੀ ਤਕਲੀਫ਼ ਹੈ ਉਹ ਘਟ ਜਾਂਦੀ ਹੈ, ਪਰ ਜੜ ਹੈ ਜਿਹੜੀ ਉਹਨੂੰ ਤੁਸੀਂ ਵਿੱਚੋਂ ਕੱਢ ਨਹੀਂ ਸਕਦੀ ਉਹ ਦਵਾਈ। ਤੇ ਇਹਦਾ ਕੋਈ ਹੋਰ ਵੀ ਸਾਈਡ ਇਫੈਕਟ ਵੀ ਹੁੰਦਾ ਹੈ, ਜਿਹੜੀ ਦਵਾਈ ਜਿਹੜੀ ਐਲੋਪੈਥਿਕ ਟ੍ਰੀਟਮੈਂਟ ਆਪਾਂ ਨੂੰ ਦਿੱਤਾ ਜਾਂਦਾ ਹੈ ਡਾਕਟਰਾਂ ਦੇ ਵੱਲੋਂ, ਜਿਹੜੀ ਗੋਲੀ ਦਿੱਤੀ ਜਾਂਦੀ ਹੈ, ਜਿਹੜੀ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਖਾਣੀ ਪਊ ਹੁਣ ਤਾਂ? ਹਾਂ, ਦੇਖੋ ਕੋਈ ਵੀ ਜਿਹੜੀ ਦਵਾਈਆਂ ਨੇ ਜਿਹੜੀ ਸਿੰਥੈਟਿਕਲੀ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਉਹ ਬੋਡੀ ਵਾਸਤੇ ਇੱਕ ਫੋਰਨ ਸਬਸਟੈਂਸ ਹੁੰਦਾ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕੈਮੀਕਲ ਬੇਸਡ ਸਬਸਟੈਂਸ ਹੁੰਦਾ ਹੈ। ਸੋ ਜਦ ਇਹ ਬੋਡੀ ਵਿੱਚ ਜਾਂਦਾ ਹੈਗਾ ਤੇ ਕਿਉਂਕਿ ਇਹਦੇ ਵਿੱਚ ਸਿਰਫ ਥਾਇਰਾਇਡ ਦਾ ਹੀ ਹਾਰਮੋਨ ਦਾ ਸਪਲੀਮੈਂਟ ਹੈਗਾ ਉਹਨੂੰ ਘਟਾਉਣ ਜਾਂ ਵਧਾਉਣ ਵਾਸਤੇ। ਸੋ ਬੋਡੀ ਨੂੰ ਉਹ ਇੱਕ ਨੈਚੁਰਲ ਜਿਹੜਾ ਅੰਦਰ ਥਾਇਰਾਇਡ ਬਣਦਾ ਹੈਗਾ ਉਹਦੇ ਨਾਲ 100% ਮੈਚ ਕਰੇਗਾ ਕਿ ਨਹੀਂ ਕਰੇਗਾ, ਦੈਟ ਇਜ਼ ਨਾਟ ਸ਼ੋਰ। ਤਾਂ ਹੁੰਦਾ ਕੀ ਹੈ ਕਿ ਬੋਡੀ ਜੀ, ਵਿੱਚ ਕੈਮੀਕਲ ਦਾ ਕੁਝ ਪਾਰਟ ਜਿਹੜਾ ਹੈਗਾ ਬੋਡੀ ਯੂਟਿਲਾਈਜ਼ ਕਰ ਲੈਂਦੀ ਹੈ ਔਰ ਕੁਝ ਪਾਰਟ ਜਿਹੜਾ ਹੈਗਾ ਉਹ ਵੇਸਟ ਬਣ ਕੇ ਅੰਦਰ ਰਹਿ ਜਾਂਦਾ ਹੈ ਤੇ ਉਹ ਵੀ ਅੱਗੇ ਬਿਮਾਰੀ ਵਿੱਚ ਕੰਟਰੀਬਿਊਟ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਉਹ ਜੜ ਪ੍ਰੋਬਲਮ ਦੀ ਜੜ ਜਿਹੜੀ ਹੈ ਉਹ ਉਸ ਤੇ ਉਹਨੂੰ ਠੀਕ ਨਹੀਂ ਕਰਦਾ। ਤੋ ਐਜ਼ ਅ ਰਿਜ਼ਲਟ ਦਵਾਈ ਲੈਂਦੇ ਲੈਂਦੇ ਨਾਲ ਦੇ ਨਾਲ ਤੁਸੀਂ ਦੇਖੋਗੇ ਇੱਕ ਥਾਇਰਾਇਡ ਦਾ ਪੇਸ਼ੈਂਟ ਜਿਹੜਾ ਸੀਗਾ ਉਹ ਪੀਸੀਓਡੀ ਦਾ ਪੇਸ਼ੈਂਟ ਵੀ ਬਣ ਜਾਂਦਾ ਹੈ, ਮੋਟਾਪੇ ਦਾ ਵੀ ਪੇਸ਼ੈਂਟ ਬਣ ਜਾਂਦਾ ਹੈ ਔਰ ਹੋ ਸਕਦਾ ਹੈ ਥੋੜੇ ਟਾਈਮ ਬਾਅਦ ਜੀ। ਡਾਇਬੀਟੀਜ਼ ਕੋਲੇਸਟ੍ਰੋਲ ਦੀ ਵੀ ਪ੍ਰੋਬਲਮ ਸ਼ੁਰੂ ਹੋਣੀ ਸ਼ੁਰੂ ਹੋ ਜਾਵੇ। ਇਹਨੂੰ ਜੜ ਤੋਂ ਕਿਵੇਂ ਠੀਕ ਕਰਨਾ ਹੈ? ਕੀ ਤੁਸੀਂ ਇਹਦਾ ਜਿਹੜਾ ਟ੍ਰੀਟਮੈਂਟ ਹੈ ਡਾਈਟ ਦੇ ਨਾਲ, ਜਿਹੜੀ ਆਪਾਂ ਆਪਣੇ ਪ੍ਰੋਗਰਾਮ ਦਾ ਮਕਸਦ ਹੁੰਦਾ ਹੈ ਕਿ ਆਪਾਂ ਖਾਣ ਪੀਣ ਦੇ ਵਿੱਚ ਅਜਿਹਾ ਕੀ ਬਦਲਾਅ ਕਰੀਏ ਜਿਹਦੇ ਨਾਲ ਸਾਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਜਾਵੇ, ਇਹਦੀ ਜੜ ਹੀ ਪੁੱਟੀ ਜਾਵੇ? ਹਾਂਜੀ, ਸੋ ਦੇਖੋ ਆਪਾਂ ਪਹਿਲਾਂ ਸਮਝੀਏ ਕਿ ਬਿਮਾਰੀ ਆ ਕਿਉਂ ਰਹੀ ਹੈ? ਬਿਮਾਰੀ ਕਿਉਂ ਆ ਰਹੀ ਹੈ? ਕਿਉਂਕਿ ਸਾਡੇ ਜਿਹੜੇ ਅੰਦਰ ਜਿਹੜੀ ਆਂਤੜੀਆਂ ਨੇ ਨਾ, ਉਹਨਾਂ ਆਂਤੜੀਆਂ ਵਿੱਚ ਛੋਟੇ-ਛੋਟੇ ਪ੍ਰੋਜੈਕਸ਼ਨਸ ਹੁੰਦੇ ਨੇ ਜਿਨ੍ਹਾਂ ਨੂੰ ਵਿਲਾਏ ਕਿਹਾ ਜਾਂਦਾ ਹੈ, ਵਿਲਾਏ। ਇਹਨਾਂ ਵਿਲਾਏ ਦਾ ਕੰਮ ਜੀ, ਹੁੰਦਾ ਹੈ, ਜੋ ਵੀ ਚੀਜ਼ ਅਸੀਂ ਖਾ ਰਹੇ ਹਾਂ, ਜੋ ਵੀ ਸਾਡੀ ਬੋਡੀ ਵਿੱਚ ਜਾ ਰਹੀ ਹੈ, ਉਹਦੇ ਵਿੱਚੋਂ ਨਿਊਟ੍ਰੀਸ਼ਨ ਨੂੰ, ਉਹਦੇ ਵਿੱਚੋਂ ਜੋ ਵੀ ਸਮਾਨ ਆ ਰਿਹਾ ਹੈ, ਉਹਨੂੰ ਅਬਜ਼ੌਰਬ ਕਰਕੇ ਸਰੀਰ ਦੇ ਖੂਨ ਦੀ ਸਪਲਾਈ ਵਿੱਚ ਭੇਜਣਾ, ਤਾਂ ਕਿ ਉਹ ਬੋਡੀ ਨੂੰ ਲੱਗੇ। ਜੀ, ਹੁਣ ਹੁੰਦਾ ਕੀ ਹੈ, ਅੱਜ-ਕੱਲ੍ਹ ਦਾ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ, ਜੋ ਆਪਾਂ ਫੂਡ ਖਾ ਰਹੇ ਹਾਂ, ਇੱਕ ਤਾਂ ਉਹ ਜੰਕ ਬਹੁਤ ਜ਼ਿਆਦਾ ਹੋ ਗਿਆ ਹੈ। ਉਹਦੇ ਵਿੱਚ ਰਿਫਾਈਨਡ ਚੀਜ਼ਾਂ ਬਹੁਤ ਜ਼ਿਆਦਾ ਆ ਗਈਆਂ ਨੇ ਔਰ ਇਹ ਪ੍ਰੋਪਰਲੀ ਸਾਡੀ ਬੋਡੀ ਹਜ਼ਮ ਨਹੀਂ ਕਰ ਪਾਉਂਦੀ। ਜਦੋਂ ਉਹ ਪ੍ਰੋਪਰਲੀ ਹਜ਼ਮ ਨਹੀਂ ਜੀ, ਹੁੰਦੀ ਤੇ ਉਹ ਗੰਦਗੀ ਬਣ ਕੇ ਸਾਡੇ ਆਂਤੜੀਆਂ ਵਿੱਚ ਚਿਪਕਣਾ ਸ਼ੁਰੂ ਹੋ ਜਾਂਦਾ ਹੈ। ਦੇਖੋ ਜਿਵੇਂ ਅੱਜ-ਕੱਲ੍ਹ ਲੋਕੀ ਕਿੰਨੀ ਜ਼ਿਆਦਾ ਮੈਗੀ ਖਾਂਦੇ ਹੈ, ਹਨਾ? ਲੋਕੀ ਕਿੰਨੇ ਬਾਹਰ ਦਾ ਤਲਿਆ ਭੁਣੀਆਂ ਚੀਜ਼ਾਂ ਖਾਂਦੇ ਨੇ, ਗੋਲ ਗੱਪੇ, ਟਿੱਕੀਆਂ, ਚੌਮੀਨ, ਪਕੌੜੇ ਬਹੁਤ ਔਰ ਜ਼ਿਆਦਾ। ਮਤਲਬ ਕਿ ਬਹੁਤ ਸਾਰੀ ਦੁਨੀਆ ਦੀ ਚੀਜ਼ਾਂ ਚੱਲ ਪਈਆਂ ਨੇ, ਆਈਸਕ੍ਰੀਮਾਂ ਔਰ ਇਹ ਸਾਰੀ ਚੀਜ਼ਾਂ। ਸੋ ਇਹਨਾਂ ਵਿੱਚ ਕੁਛ ਹੂੰ, ਤਾਂ ਰਿਫਾਈਨਡ ਸ਼ੂਗਰ ਬਹੁਤ ਜ਼ਿਆਦਾ ਹੁੰਦਾ ਹੈ, ਕੁਛ ਐਕਸਟਰਾ ਮਸਾਲੇ-ਮੂਸਲੇ ਬਹੁਤ ਜ਼ਿਆਦਾ ਹੁੰਦੇ ਨੇ ਔਰ ਜਿਹੜੇ ਰਿਫਾਈਨਡ ਜੀ, ਤੇਲ ਨੇ, ਵੈਜੀਟੇਬਲ ਤੇਲ ਜਿਨ੍ਹਾਂ ਨੂੰ ਕਿਹਾ ਜਾਂਦਾ, ਐਕਚੁਅਲੀ ਉਹ ਸਬਜ਼ੀਆਂ ਦੇ ਹੁੰਦੇ ਵੀ ਨਹੀਂ ਹੈਗੇ, ਉਹ ਕੈਮੀਕਲ ਬੇਸਡ ਤੇਲ ਹੁੰਦੇ ਨੇ। ਉਹ ਬੋਡੀ ਵਿੱਚ ਜਾ ਕੇ ਪ੍ਰੋਪਰਲੀ ਹਜ਼ਮ ਨਹੀਂ ਹੁੰਦੇ ਔਰ ਅੰਦਰ ਜਾ ਕੇ ਆਂਤੜੀਆਂ ਨੂੰ ਚਿਪਕ ਜਾਂਦੇ ਨੇ। ਹੁੰਦਾ ਕੀ ਹੈ, ਜੀ, ਜਦੋਂ ਆਂਤੜੀਆਂ ਵਿੱਚ ਚਿਪਕ ਜਾਂਦੇ ਨੇ, ਉਹ ਗੰਦਗੀ ਸਾਡੇ ਵਿਲਾਈ ਅਬਜ਼ੌਰਬ ਕਰਦੇ ਨੇ ਔਰ ਅਬਜ਼ੌਰਬ ਕਰਕੇ ਸਾਡੇ ਸਰੀਰ ਵਿੱਚ ਉਹ ਗੰਦਗੀ ਘੁੰਮਣੀ ਸ਼ੁਰੂ ਹੋ ਜਾਂਦੀ ਹੈ। ਹੁਣ ਹੁੰਦਾ ਕੀ ਹੈ, ਜਿਨ੍ਹਾਂ ਦੇ ਜੈਨੇਟਿਕ ਮੇਕਅਪ ਇਸ ਤਰ੍ਹਾਂ ਹੈ ਕਿ ਉਹ ਗੰਦਗੀ ਉਹਨਾਂ ਦੇ ਥਾਇਰਾਇਡ ਗਲੈਂਡ ਵਿੱਚ ਜਾ ਕੇ ਜਮ੍ਹਾਂ ਹੋ ਜਾਂਦੀ ਹੈ ਤੇ ਉਹਨਾਂ ਨੂੰ ਥਾਇਰਾਇਡ ਦਾ ਇੰਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਜੇ ਅਸੀਂ ਚਾਹੁੰਦੇ ਹਾਂ ਜੀ, ਕਿ ਅਸੀਂ ਆਪਣੇ ਥਾਇਰਾਇਡ ਦੀ ਪ੍ਰੋਬਲਮ ਤੋਂ ਹਮੇਸ਼ਾ ਵਾਸਤੇ ਜੜ ਤੋਂ ਹੀ ਉਹਦਾ ਇਲਾਜ ਕਰ ਦਈਏ, ਸਾਨੂੰ ਆਪਣੇ ਖਾਣ ਪੀਣ ਨੂੰ ਸੁਧਾਰਨਾ ਪਏਗਾ ਔਰ ਆਪਣੇ ਆਂਤੜੀਆਂ ਵਿੱਚ ਜਮੀ ਹੂੰ, ਹੋਈ ਗੰਦਗੀ ਨੂੰ ਸਾਫ਼ ਕਰਨਾ ਹੋਏਗਾ। ਜੇ ਸਾਡੀ ਆਂਤੜੀਆਂ ਵਿੱਚ ਜਮੀ ਹੋਈ ਗੰਦਗੀ ਸਾਫ਼ ਹੋ ਗਈ, ਸਾਡੇ ਥਾਇਰਾਇਡ ਦੇ ਵਿੱਚ ਜਿਹੜੀ ਇਨਫਲੇਮੇਸ਼ਨ ਹੈ, ਜਿਹੜਾ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ, ਉਹ ਧੀਰੇ-ਧੀਰੇ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਦੇਖੋਗੇ ਤੁਹਾਡਾ ਵਜ਼ਨ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ, ਹੇਅਰ ਫਾਲ ਘਟਣਾ ਸ਼ੁਰੂ ਹੋ ਜਾਏਗਾ, ਤੁਹਾਡੀ ਸਕਿਨ ਸਾਫ਼ ਹੋਣੀ ਸ਼ੁਰੂ ਹੋ ਜਾਏਗੀ ਔਰ ਐਨਰਜੀ ਲੈਵਲ ਵੀ ਤੁਹਾਡੇ ਵਧਣੇ ਸ਼ੁਰੂ ਹੋ ਜਾਣਗੇ ਔਰ ਤੁਹਾਨੂੰ ਕੌਨਫੀਡੈਂਸ ਆ ਜਾਏਗਾ। ਸਭ ਤੋਂ ਵੱਡੀ ਗੱਲ ਇਹ